गुड मॉर्निंग +2 क्लास। बेटा जी आप नवा चैप्टर शुरू कर लगे चैप्टर 4 दैट इज़ इलैक्ट्रोमैगनैटिक इंडक्शन। देखो थर्ड चैप्टर ਦੇ ਵਿੱਚ ਆਪਾਂ मैगनैटिक फील्ड बारे सारा कुछ पढ़िਆ है। मैगनैटिक फील्ड की ਹੁੰਦਾ ਹੈ, ਵੇਰੀਅਸ ਜਿਓਮੈਟਰੀਜ਼ ਕਰਕੇ ਇਲੈਕਟ੍ਰਿਕ ਫੀਲਡਸ ਅਲੱਗ-ਅਲੱਗ ਜਗ੍ਹਾ ਤੇ। ਤਾਂ ਉਹਦੇ ਵਿੱਚ ਆਪਾਂ ਇੱਕ ਜਿਹੜੀ ਬੇਸਿਕ ਚੀਜ਼ ਪੜ੍ਹੀ ਸੀਗੀ, ਆਪਾਂ ਉਸ ਦੇ ਇਹ ਪੜ੍ਹਿਆ ਸੀ ਜਿਹੜਾ ਔਸਟਡ ਐਕਸਪੈਰੀਮੈਂਟ ਸੀਗਾ। ਉਸ ਨੇ ਆਪਾਂ ਨੂੰ ਇਹ ਕਿਹਾ ਸੀ ਜਦੋਂ ਕਿਸੇ ਕਨੈਕਟਰ ਦੇ ਵਿੱਚੋਂ ਕਰੰਟ ਜਾਂਦਾ ਹੈ ਤਾਂ ਉਹਦੇ ਕਰਕੇ ਕਰੰਟ ਦੇ ਕਰਕੇ ਉਸ ਕਨੈਕਟਰ 'ਚ ਕੀ ਜਨਰੇਟ ਹੋ ਜਾਂਦਾ ਹੈ, ਮੈਗਨੈਟਿਕ ਫੀਲਡ ਜਨਰੇਟ ਹੋ ਜਾਂਦਾ ਹੈ। ਠੀਕ ਹੈ, ਮਤਲਬ ਕਰੰਟ ਤੋਂ ਕੀ ਬਣ ਜਾਂਦਾ ਹੈ, ਮੈਗਨੈਟਿਕ ਫੀਲਡ। ਤਾਂ ਫੈਰਾਡੇ ਤੇ ਹੈਨਰੀ ਦੋ ਸਾਇੰਟਿਸਟ ਸੀਗੇ, ਫੈਰਾਡੇ ਤੇ ਹੈਨਰੀ। ਉਹਨਾਂ ਨੇ ਇਹ ਦੇਖਿਆ ਵੀ ਜੇ ਕਰੰਟ ਤੋਂ ਮੈਗਨੈਟਿਕ ਫੀਲਡ ਜਨਰੇਟ ਹੋ ਸਕਦਾ ਹੈ ਤਾਂ ਮੈਗਨੈਟਿਕ ਫੀਲਡ ਤੋਂ ਵੀ ਤਾਂ ਕਰੰਟ ਜਨਰੇਟ ਹੋ ਸਕਦਾ ਹੈ ਨਾ। ਵੀ ਜੇ ਕਰੰਟ ਤੋਂ ਮੈਗਨੈਟਿਕ ਫੀਲਡ ਬਣ ਜਾਂਦਾ ਤਾਂ ਮੈਗਨੈਟਿਕ ਫੀਲਡ ਤੋਂ ਵੀ ਕਰੰਟ ਬਣ ਸਕਦਾ ਹੋਊਗਾ। ਤਾਂ ਉਹਨੇ ਕੁਝ ਐਕਸਪੈਰੀਮੈਂਟ ਕੀਤੇ ਜਿੱਥੇ ਉਹਨਾਂ ਨੇ ਮੈਗਨੈਟਿਕ ਫੀਲਡ ਤੋਂ ਕੀ ਕੀਤਾ, ਕਰੰਟ ਨੂੰ ਜਨਰੇਟ ਕੀਤਾ। ਇਸੇ ਫਿਨੋਮੀਨਨ ਨੂੰ ਆਪਾਂ ਕੀ ਬੋਲਦੇ ਹਾਂ, ਇਲੈਕਟ੍ਰੋਮੈਗਨੈਟਿਕ ਇੰਡਕਸ਼ਨ। ਮਤਲਬ ਕੀ ਹੈ, ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਕੀ ਹੁੰਦਾ, ਇਟ ਇਜ਼ ਦਾ ਫਿਨੋਮੀਨਾ ਆਫ ਜਨਰੇਸ਼ਨ ਆਫ इंड्यूस करंट और सिंपली करंट कह लो in any circuit with the help of changing magnetic field। मतलब ये की है, ਫੈਰਾਡੇ ਤੇ ਹੈਨਰੀ ਨੇ ਕੀ ਸਟੱਡੀ ਕੀਤਾ ਕਿ ਆਪਾਂ ਕਰੰਟ ਨੂੰ ਜਨਰੇਟ ਕਰ ਸਕਦੇ ਕਿਸੇ ਵੀ ਇਲੈਕਟ੍ਰਿਕ ਸਰਕਟ ਦੇ ਵਿੱਚ ਵਿਦ ਦ ਹੈਲਪ ਆਫ ਚੇਂਜਿੰਗ ਮੈਗਨੈਟਿਕ ਫੀਲਡ ਔਰ ਵੀ ਕੈਨ ਸੇ ਦੈਟ ਚੇਂਜਿੰਗ ਫਲਕਸ। ਕਹਿੰਦੇ ਕੀ ਹੈ, ਜਦੋਂ ਕਿਸੇ ਸਰਕਟ ਦੇ ਵਿੱਚੋਂ ਆਪਾਂ ਮੈਗਨੈਟਿਕ ਫੀਲਡ ਜਾਂ ਮੈਗਨੈਟਿਕ ਫਲਕਸ ਨੂੰ ਚੇਂਜ ਕਰ ਦਿੰਦੇ ਹਾਂ ਤਾਂ ਉਹਦੇ ਕਰਕੇ ਉਹਦੇ ਵਿੱਚ ਕੀ ਜਨਰੇਟ ਹੋ ਜਾਂਦਾ, ਸਰਕਟ ਵਿੱਚ ਕਰੰਟ ਜਨਰੇਟ ਹੋ ਜਾਂਦਾ। ਐਂਡ ਦਾ ਕਰੰਟ ਵਿਚ ਇਜ਼ ਜਨਰੇਟਡ, ਕਰੰਟ ਵਿਚ ਇਜ਼ ਜਨਰੇਟਡ is known as induced current, known as induced current। उस करंट ਨੂੰ ਕੀ ਕਹਿੰਦੇ ਆਪਾਂ, induced current ਕਹਿੰਦੇ ਆ। ਐਂਡ ਵੋਲਟੇਜ ਜਾਂ ਕਹ ਲਓ EMF ਜਿਹੜੀ ਡਿਵੈਲਪ ਹੁੰਦੀ ਹੈ, ਐਂਡ EMF so developed is known as induced EMF। ਠੀਕ ਹੈ ਜੀ, ਮਤਲਬ ਕੀ ਹੈ, ਜਦੋਂ ਮੈਗਨੈਟਿਕ ਫੀਲਡ ਜਾਂ ਮੈਗਨੈਟਿਕ ਫਲਕਸ ਨੂੰ ਚੇਂਜ ਕਰਕੇ ਜੋ ਕਰੰਟ ਇੰਡਿਊਸ ਹੁੰਦਾ ਹੈ ਜਾਂ ਜੋ ਕਰੰਟ ਪ੍ਰੋਡਿਊਸ ਹੁੰਦਾ ਆਪਾਂ ਕੀ ਬੋਲਦੇ ਹਾਂ, ਇੰਡਿਊਸ ਕਰੰਟ। ਤੇ ਇਸ ਫਿਨੋਮੀਨਨ ਨੂੰ ਆਪਾਂ ਕੀ ਬੋਲਦੇ ਹਾਂ, ਇਲੈਕਟ੍ਰੋਮੈਗਨੈਟਿਕ ਇੰਡਕਸ਼ਨ। ਠੀਕ ਹੈ ਜੀ। ਤਾਂ ਉਹਨੇ ਐਕਸਪੈਰੀਮੈਂਟ ਕੀ ਕਰਕੇ ਦੇਖਿਆ, ਸਪੋਜ਼ ਕਰੋ ਇੱਕ ਕੋਇਲ ਹੈ, ਮੈਂ ਸੀ ਸਪੋਜ਼ ਕਰ ਲਿਆ, ਇਹਦੇ ਵਿੱਚ ਮੈਨੇ ਲਾਤਾ ਗਲਵੈਨੋਮੀਟਰ। ਠੀਕ ਹੈ ਜੀ। ਇਹਦੇ ਦੇਖੋ ਇਹਦੇ ਨੇੜੇ ਇਨੀਸ਼ੀਅਲੀ ਕੁਛ ਨਹੀਂ ਸੀਗਾ, ਇਹਦਾ ਮਤਲਬ ਇਹਦੇ ਵਿੱਚ ਕੋਈ ਵੀ ਫਲਕਸ ਨਹੀਂ ਸੀ। ਫਲਕਸ ਬੇਟਾ ਆਪਾਂ ਪੜਾਂਗੇ ਅਗਲੇ ਟੌਪਿਕ ਦੇ ਵਿੱਚ। ਫਲਕਸ ਵੈਸੇ ਕੀ ਹੁੰਦਾ ਹੈ, ਨੰਬਰ ਆਫ ਮੈਗਨੈਟਿਕ ਫੀਲਡ ਲਾਈਨਸ ਹੁੰਦਾ ਹੈ। ਠੀਕ ਹੈ ਜੀ। ਇਹਦੇ ਨੇੜੇ ਕੋਈ ਮੈਗਨੇਟ ਨਹੀਂ ਸੀ, ਕੋਈ ਮੈਗਨੈਟਿਕ ਫਲਕਸ ਨਹੀਂ ਸੀ। ਜਿਵੇਂ ਮੈਂ ਇਹਦੇ ਨੇੜੇ ਇੱਕ ਚੁੰਬਕ ਲੈ ਕੇ ਆਇਆ, ਦਿਸ ਇਜ਼ ਦ ਨਾਰਥ ਪੋਲ ਆਫ ਦਾ ਮੈਗਨੇਟ, ਦਿਸ ਇਜ਼ ਦ ਸਾਊਥ ਪੋਲ ਆਫ ਮੈਗਨੇਟ। ਤਾਂ ਆਪਾਂ ਨੂੰ ਪਤਾ ਨਾਰਥ ਪੋਲ ਤੋਂ ਲਾਈਨਾਂ ਮਿਟ ਹੁੰਦੀਆਂ। ਇਹਦੇ ਜਿਵੇਂ ਹੀ ਚੁੰਬਕ ਇਹਦੇ ਕਲੋਜ਼ ਆਇਆ, ਇਹਦੀ ਫਲਕਸ ਇਨਕਰੀਜ਼ ਹੋ ਗਈਆਂ। ਜਿਹਦੀਆਂ ਫਲਕਸ ਇਨਕਰੀਜ਼ ਹੋ ਗਈਆਂ ਤਾਂ ਤੁਹਾਡੀ ਜਿਹੜੀ ਗਲਵੈਨੋਮੀਟਰੀ ਸੂਈ ਹੈ, ਇਟ ਵਿਲ ਸ਼ੋ ਸਮ ਡਿਫਲੈਕਸ਼ਨ। ਅਤੇ ਇਹਦਾ ਮਤਲਬ ਆਹ ਚੁੰਬਕ ਦੇ ਨੇੜੇ ਲੈ ਕੇ ਆਉਣ ਨਾਲ ਜਾਂ ਕਹਿ ਲਓ ਇਸ ਕੋਇਲ ਵਿੱਚ ਮੈਗਨੈਟਿਕ ਫੀਲਡ ਪੈਦਾ ਕਰਨ ਲਈ ਕੀ ਪੈਦਾ ਹੋ ਗਿਆ, ਇੰਡਿਊਸ ਕਰੰਟ ਪੈਦਾ ਹੋ ਗਿਆ। ਤਾਂ ਇਸ ਐਕਸਪੈਰੀਮੈਂਟ ਤੋਂ ਉਹਨੂੰ ਕਨਫਰਮ ਹੋ ਗਿਆ ਸੀਗਾ ਕਿ ਆਪਾਂ ਕੋਇਲ ਦੀ ਹੈਲਪ ਨਾਲ ਜਾਂ ਮੈਗਨੈਟਿਕ ਫਲਕਸ ਦੀ ਹੈਲਪ ਨਾਲ ਜਾਂ ਮੈਗਨੈਟਿਕ ਫੀਲਡ ਦੀ ਹੈਲਪ ਨਾਲ ਆਪਾਂ ਕੀ ਸਰਕਟ ਦੇ ਵਿੱਚ ਕੀ ਕਰ ਸਕਦੇ ਹਾਂ, ਇੰਡਿਊਸ ਕਰੰਟ ਨੂੰ ਜਾਂ ਕਰੰਟ ਨੂੰ ਜਨਰੇਟ ਕਰ ਸਕਦੇ ਹਾਂ। ਠੀਕ ਹੈ। ਇੱਕ ਐਕਸਪੈਰੀਮੈਂਟ ਇਹ ਤਾਂ ਸੀ ਐਕਸਪੈਰੀਮੈਂਟ ਇੰਡਿਊਸ ਕਰੰਟ ਵਿਦ ਹੈਲਪ ਆਫ ਮੈਗਨੇਟ। ਐਵੇਂ ਆਪਾਂ ਇਸ ਤਰ੍ਹਾਂ ਵੀ ਕਰ ਸਕਦੇ, ਮੰਨ ਲਓ ਇੱਕ ਕੋਇਲ ਸੀ ਹੈ, ਉਹਦੇ 'ਚ ਗਲਵੈਨੋਮੀਟਰ ਲਗਾਤਾ। ਇੱਧਰ ਇੱਕ ਕੋਇਲ ਸੀ ਡੈਸ਼ ਮੰਨ ਲਓ, ਉਹਦੇ ਵਿੱਚ ਬੈਟਰੀ ਲਗਾਤੀ। ਦੇਖੋ ਇਹਦੇ ਵਿੱਚ ਜਦੋਂ ਕਰੰਟ ਫਲੋ ਕਰੂਗਾ ਤਾਂ ਕੋਇਲ ਇਟ ਸੈਲਫ ਬਿਹੇਵ ਲਾਈਕ ਏ ਮੈਗਨੇਟ ਹੈ ਨਾ। ਜਦੋਂ ਕੋਇਲ 'ਚੋਂ ਕਰੰਟ ਫਲੋ ਕਰੂ ਤਾਂ ਉਸ ਤਰ੍ਹਾਂ ਐਕਸਪੈਰੀਮੈਂਟ ਲਗਾ ਕੇ ਆਪਾਂ ਇਹ ਕਹਿ ਸਕਦੇ ਕਿ ਇਹ ਇੱਕ ਤਰ੍ਹਾਂ ਦਾ ਮੈਗਨੈਟਿਕ ਬਿਹੇਵੀਅਰ ਜਾਂ ਮੈਗਨੇਟ ਦੀ ਤਰ੍ਹਾਂ ਬਿਹੇਵ ਕਰੂਗਾ। ਇਹਦੇ ਮੈਗਨੈਟਿਕ ਬਿਹੇਵੀਅਰ ਕਰਕੇ ਵੀ ਇਹ 'ਚ ਕਰੰਟ ਇੰਡਿਊਸ ਹੋ ਜਾਂਦਾ ਹੈ ਨਾ। ਉਹਨੇ ਇਸ ਤਰ੍ਹਾਂ ਫੈਰਾਡੇ ਤੇ ਹੈਨਰੀ ਨੇ 2-3 ਐਕਸਪੈਰੀਮੈਂਟ ਕਰਕੇ ਦੇਖੇ ਜਿੱਥੋਂ ਨੂੰ ਇਹ ਗੱਲ ਕਨਫਰਮ ਹੋ ਗਈ ਸੀ ਕਿ ਜਦੋਂ ਕਿਸੇ ਵੀ ਕੋਇਲ ਦੀਆਂ ਜਿਹ 'ਚ ਗਲਵੈਨੋਮੀਟਰ ਅਟੈਚ ਹੈ
ਆਪਾਂ ਉਹਦੇ ਨੇੜੇ ਕੋਈ ਚੁੰਬਕ ਜਾਂ ਕੋਈ ਮੈਗਨੈਟਿਕ ਐਲੀਮੈਂਟਸ ਲੈ ਕੇ ਆਉਣੇ ਆ, ਜਿਵੇਂ ਜਾਂ ਤਾਂ ਕੋਈ ਚੁੰਬਕ ਲੈ ਕੇ ਆਈਏ ਜਾਂ ਕੋਈ ਕਰੰਟ ਕੈਰਿੰਗ ਕੰਡਕਟਰ ਲੈ ਕੇ ਆਈਏ, ਤਾਂ ਉਹਦੇ ਵਿੱਚ ਕਰੰਟ ਇੰਡਿਊਸ ਹੋ ਜਾਂਦਾ ਹੈ। ਉਹਦੇ ਇਸੇ ਫੈਨੋਮੇਨਾ ਨੂੰ ਬੋਲਦੇ ਆਪਾਂ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ। ਹੁਣ ਬੇਟਾ ਇੱਕ ਵਰਡ ਆਪਾਂ ਬਾਰ-ਬਾਰ ਯੂਜ਼ ਕਰ ਰਹੇ ਹਾਂ, ਮੈਗਨੈਟਿਕ ਫਲਕਸ। ਦੇਖੋ ਇਹ ਦੇਖਣੇ ਕੀ ਹੁੰਦਾ ਹੈ। ਨੈਕਸਟ ਆਪਾਂ ਟੌਪਿਕ ਜਿਹੜਾ ਡਿਸਕਸ ਕਰਨਾ ਉਹ ਕੀ ਹੈ, ਮੈਗਨੈਟਿਕ ਫਲਕਸ। ਇਹਦਾ ਸਿੰਬਲ ਹੈ ਬੇਟਾ ਫਾਈ, ਇੱਥੇ ਸਬਸਕ੍ਰਿਪਟ ਬੀ ਪਾ ਲਓ। ਫਾਈ ਬੀ ਮਤਲਬ ਮੈਗਨੈਟਿਕ ਫਲਕਸ। देखो मैग्नेटिक फ्लक्स की है, सपोज करो मेरे के लिए कॉइल है, चाहे कह लो कोई सर्कुलर रिंग है, द टोटल एरिया एस है, ਇੱਥੇ ਇੱਕ ਚੁੰਬਕ ਵੀ ਹੈ, ਇਹ ਨਾਰਥ ਪੋਲ ਹੈ, ਇਹ ਸਾਊਥ ਪੋਲ ਹੈ, ਤਾਂ ਇਹਦੀਆਂ ਲਾਈਨਸ ਇਹਦੇ ਵਿੱਚ ਹੀ ਕ੍ਰਾਸ ਕਰਨਗੀਆਂ, ਮੈਗਨੈਟਿਕ ਫੀਲਡ ਹੈ। ਇਸ ਏਰੀਆ ਦੇ ਵਿੱਚੋਂ, ਇਸ ਟੋਟਲ ਐਸ ਦੇ ਵਿੱਚੋਂ ਮੈਂ ਇੱਕ ਏਰੀਆ ਚੂਜ਼ ਕਰ ਲਿਆ ਡੈਲਟਾ ਐਸ, ਜਿਹਦਾ ਵੈਲਿਊ ਕਿੰਨੀ ਹੈ 1 ਮੀਟਰ ਸਕੁਅਰ। मतलब पूरे एरिया के मैंने 1 मीटर स्क्वायर एरिया चूज कर लिया, ठीक है जी। ਇਹਦਾ ਚੁੰਬਕ ਦਾ ਮੈਗਨੈਟਿਕ ਫੀਲਡ B ਹੈ, ਜਾਂ ਡੈਲਟਾ ਐਸ ਲਿਖ ਲਓ ਜਾਂ ਇਹਨੂੰ A ਲਿਖ ਲਓ। ਤਾਂ ਇਸ 1 ਮੀਟਰ ਸਕੁਅਰ ਏਰੀਆ ਦੇ ਵਿੱਚੋਂ 1 ਸੈਕਿੰਡ ਨੂੰ ਕਿੰਨੀਆਂ ਮੈਗਨੈਟਿਕ ਫਲਕਸ, ਮੈਗਨੈਟਿਕ ਫੀਲਡ ਲਾਈਨ ਪਾਸ ਕਰ ਰਹੀ, ਉਹਨੂੰ ਆਪਾਂ ਕੀ ਬੋਲਾਂਗੇ, ਉਹਦਾ ਮੈਗਨੈਟਿਕ ਫਲਕਸ। ਕਿਵੇਂ ਡਿਫਾਈਨ ਕਰਾਂਗੇ, ਇਟ ਰਿਪਰੈਜ਼ੈਂਟ ਦ ਟੋਟਲ number of magnetic field line passing per unit area per unit time। ਇੱਕ ਯੂਨਿਟ ਏਰੀਆ ਦੇ ਵਿੱਚੋਂ ਜਾਂ 1 ਮੀਟਰ ਸਕੁਅਰ ਏਰੀਆ ਦੇ ਵਿੱਚੋਂ 1 ਸੈਕਿੰਡ ਦੇ ਵਿੱਚੋਂ ਕਿੰਨੇ ਨੰਬਰ ਆਫ ਫੀਲਡ ਲਾਈਨ ਪਾਸ ਕਰ ਰਹੇ ਨੇ, ਆਪਾਂ ਕੀ ਬੋਲਾਂਗੇ, ਉਹਦਾ ਫਲਕਸ। ਇਹਨੂੰ ਫਾਈ ਨਾਲ ਲਿਖਦੇ ਹਾਂ ਜਾਂ ਫਾਈ ਬੀ ਨਾਲ ਲਿਖਦੇ ਹਾਂ। ਇਹਦਾ ਫਾਰਮੂਲਾ ਹੁੰਦਾ B ਡਾਟ A। फाई टोटल की होंगे B डॉट ए इतने वो एरिया जिद लाइना पास कर रही हैं, B है उसमें मैगनेट का मैगनेटिक फील्ड। जे मैं इन्हू भी लिख सकता फाई बराबर B A cos थीटा। दिस इज द मैथड, है ना। इतना थीटा है वो कादे कादे एंगल है बिटवीन B एंड A। जिवें मान लो सपोज करो इधर तुहाडे कोल मैगनेट है, इधर तुहाडा नॉर्थ पोल है, इधर तुहाडा साउथ पोल है, वो विचकार मैंने कॉइल रखती है ना, कॉइल रखती इस तरह। जो देखो मैगनेटिक फील्ड लाइन जा रहे हैं, ਤੁਹਾਡਾ ਕੋਇਲ ਵੀ ਏਰੀਆ ਵੀ ਤੁਹਾਡਾ ਇਹ ਹੈ। ਇਸ ਕੇਸ ਦੇ ਵਿੱਚ ਥੀਟਾ ਤੁਹਾਡਾ 0 ਡਿਗਰੀ ਹੋ ਗਿਆ। ਜਦੋਂ ਕੋਇਲ ਪੈਰਲਲ ਰੱਖਾਂਗੇ ਆਪਾਂ ਫਲਕਸ ਤੇ, ਤਾਂ ਇਹਦੇ ਅਕੋਰਡਿੰਗ ਕੀ ਬਣੇਗੀ, ਤੁਹਾਡੇ ਮੈਕਸਿਮਮ ਕੀ ਹੋਣਗੀਆਂ, cos 0 ਮੈਕਸਿਮਮ, cos 0 1 ਹੁੰਦਾ, ਤਾਂ ਕਰਕੇ ਤੁਹਾਡੇ ਫਲਕਸ ਕੀ ਹੋ ਜਾਣਗੀਆਂ, ਮੈਕਸਿਮਮ ਹੋ ਜਾਣਗੀਆਂ। ਬਟ ਇਹੀ ਕੇਸ ਜੇ ਮੈਂ ਥੀਟਾ ਤੁਹਾਡੇ ਕੋਲ 90 ਡਿਗਰੀ ਹੋ ਜੇ, ਜਾਂ ਇਹ ਕਹਿ ਲਓ ਜਿਹੜਾ ਕੋਇਲ ਹੈ ਇਟ ਵਿਲ ਬੀ ਪਲੇਸਡ ਪਰਪੈਂਡੀਕੂਲਰ ਟੂ ਦ ਡਾਇਰੈਕਸ਼ਨ ਆਫ ਦਾ ਮੈਗਨੈਟਿਕ ਫੀਲਡ, ਤਾਂ ਤੁਹਾਡੇ ਕੋਲ ਫਾਈ ਤੁਹਾਡੇ ਕੋਲ ਕੀ ਹੋ ਜਾਣਗੀਆਂ। ਦੈਟ ਮੀਨਸ ਇਹ ਕੀ ਰਿਪਰੈਜ਼ੈਂਟ ਕਰਦਾ, no flux or no magnetic field lines will be crossing through the that area, ठीक है जी। जे मैं फ्लक्स की यूनिट की गल करा तो मैगनैटिक फील्ड के टेस्ला होंगे ने, ए दे की होंगे ने एरिया दे मीटर स्केयर, तो फ्लक्स की यूनिट की होगी टेस्ला इनटू मीटर स्केयर, जिन्होंने आप की बोलते हैं बेटा वेबर। वेबर इज इक्वल टू टेस्ला इनटू मीटर स्केयर, ठीक है जी। द फ्लक्स इज सेट टू बी 1 वेबर, 1 टेस्ला इज द मैग्नेटिक फील्ड एंड इट द मैग्नेटिक फील्ड एंड एरिया ऑफ क्रॉस सेक्शन इज भी 1 मीटर। ਉਹਦਾ ਪਾਉ ਫਲਕਸ ਤੁਹਾਡੇ ਕਿੰਨੀ ਹੋਣਗੀਆਂ 1 ਵੈਬਰ। ਵੈਬਰ ਇਹ ਐਸਆਈ ਯੂਨਿਟ ਨੇ। ਜੇ ਆਪਾਂ ਸੀਜੀਐਸ ਯੂਨਿਟ ਦੀ ਗੱਲ ਕਰੀਏ ਤਾਂ ਸੀਜੀਐਸ ਯੂਨਿਟ ਇਹਦੇ ਕੀ ਨੇ, ਮੈਕਸਵੈਲ, ਠੀਕ ਹੈ ਜੀ। ਤਾਂ 1 ਮੈਕਸਵੈਲ इज इक्वल टू 1 गॉस इंटू 1 सेंटीमीटर स्केयर, है ना। जिथे मीटर और सेंटीमीटर आ जाएगा, टेस्ला उत्ते क्या आ जाऊगा, गॉस आ जाएगा। एंड देयर विल बी रिलेशन बिटवीन द वेबर एंड मैक्सवेल, एंड 1 वेबर इज इक्वल टू 10 रेज़ टू पावर 8 मैक्सवेल। दोनों ची रिलेशन है, ठीक है जी। दिस इज द मैग्नेटिक फ्लक्स, और वी कैन से द नंबर ऑफ फील्ड लाइन क्रॉसिंग यूनिट एंड पर यूनिट एरिया। ਹੁਣ ਫਿਰ ਫੈਰਾਡੇ ਤੇ ਹੈਨਰੀ ਦੇ ਜਿਹੜੇ ਐਕਸਪੈਰੀਮੈਂਟ ਆਪਾਂ ਆਲਰੇਡੀ ਪੜ੍ਹ ਚੁੱਕੇ ਹਾਂ, ਵਟ ਇਜ਼ ਦਾ ਫੈਰਾਡੇ ਐਂਡ ਹੈਨਰੀ ਐਕਸਪੈਰੀਮੈਂਟਸ। ਤਾਂ ਆਪਣੇ ਜਿਹੜੇ ਐਕਸਪੈਰੀਮੈਂਟ ਸੀ ਉਹਨਾਂ ਨੂੰ ਰਿਲੇਟ ਕਰਕੇ ਜਾਂ ਉਹਦੀ ਥਿਊਰੀ ਨੂੰ ਰਿਲੇਟ ਕਰਕੇ ਫੈਰਾਡੇ ਨੇ 2 ਲਾਅ ਬਣਾਏ, ਜਿਹਨੂੰ ਆਪਾਂ ਕੀ ਬੋਲਦੇ ਹਾਂ, ਫੈਰਾਡੇ ਲਾਅ ਆਫ ਈਐਮ ਇੰਡਕਸ਼ਨ। ਈਐਮ ਬੇਟਾ ਮੈਂ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਨੂੰ ਲਿਖਿਆ ਕਰੂੰਗਾ ਬਾਰ-ਬਾਰ, ਹੈ ਨਾ।
इलेक्ट्रो मतलब इलैक्ट्रिसिटी, मैगनैटो मतलब मैगनैटिक फील्ड, इंडक्शन मतलब क्रिएट करना। तो मतलब ये ਉਹ ਐਕਸਪੈਰੀਮੈਂਟਸ ਨੇ ਜਾਂ ਉਹ ਲॉज ਨੇ ਜਿਹਦੇ ਵਿੱਚ ਇਲੈਕਟ੍ਰਿਸਿਟੀ ਦੀ ਜਨਰੇਟ ਕੀਤੀ ਹੈ ਜਾਂ ਕਰੰਟ ਜਨਰੇਟ ਕੀਤਾ ਵਿਦ ਦ ਹੈਲਪ ਆਫ ਇੰਡਿਊਸ ਕਰੰਟ ਜਨਰੇਟ ਕੀਤਾ ਵਿਦ ਦ ਹੈਲਪ ਆਫ ਮੈਗਨੈਟਿਕ ਫੀਲਡ। ਫੈਰਡੇ ਲਾ ਨੇ ਫਸਟ ਲਾ ਫੈਰਡੇ ਦਾ ਕੀ ਕਹਿੰਦਾ ਹੈ, whenever magnetic flux linked with the coil change, जितना टाइम कहते मैग्नेटिक फ्लक्स चेंज होंगे रहनगियां, करंट विल बी इंड्यूस इन अ सर्किट, करंट विल बी इंड्यूस इन सर्किट। जितना टाइम कोयल ਦੇ ਵਿੱਚ फ्लक्स चेंज ਹੁੰਦੀਆਂ ਰਹਿਣਗੀਆਂ ਉਹਨਾਂ ਟਾਈਮ ਤੁਹਾਡਾ ਕਰੰਟ ਕੀ ਹੈ, ਇੰਡਿਊਸ ਹੁੰਦਾ। ਫੋਰ ਐਗਜ਼ਾਮਪਲ ਕਿਵੇਂ, ਮੰਨ ਲਓ ਕੋਇਲ ਹੈ, ਇੱਥੇ ਲਾਤਾ ਮੈंने ਗੈਲਵੈਨੋਮੀਟਰ, ਇਹ ਦੇਖੋ ਇਹਦੇ ਵਿੱਚੋਂ ਪਹਿਲਾਂ ਕੋਈ ਇਹਦੇ ਨੇੜੇ ਮੈਗਨੇਟ ਪਈ ਨਹੀਂ ਸੀ, ਕੁਛ ਨਹੀਂ ਸੀ, ਤਾਂ ਇਹਦੀਆਂ ਫਲਕਸ ਜ਼ੀਰੋ ਸੀਗੀਆਂ। ਜਿਵੇਂ ਹੀ ਮੈਂ ਇਹਦੇ ਨੇੜੇ ਮੈਗਨੇਟ ਲੈ ਕੇ ਆਇਆ ਤੇ ਇਹ ਚੋਂ ਕੁਛ ਨਾ ਕੁਛ ਲਾਈਨਸ ਪਾਸ ਕਰਨੇ ਸ਼ੁਰੂ ਕਰ ਗਈਆਂ। ਮੰਨ ਲਓ ਆਪਾਂ ਕਹਿੰਦੇ 50 ਲਾਈਨਸ ਪਾਸ ਕਰਨੇ ਸ਼ੁਰੂ ਕਰ ਗਈਆਂ, ਦੈਟ ਮੀਨਸ ਇਹਦੀ ਫਲਕਸ ਹੋ ਗਈਆਂ 50। ਦੈਟ ਮੀਨਸ ਇਹਨੂੰ ਮੈਂ 5 ਮੰਨ ਲਾਂ, ਇਹਨੂੰ ਮੈਂ 5 ਮੰਨ ਲਾਂ, ਤਾਂ 5 - 5 ਤੁਹਾਡੇ ਕੋਲ 50 ਹੋ ਗਈਆਂ। ਦੈਟ ਮੀਨ ਨੰਬਰ ਆਫ ਜਿਹੜੇ ਲਾਈਨਸ ਨੇ ਕਿੰਨੀਆਂ ਵਧ ਗਈਆਂ, 50 ਵਧ ਗਈਆਂ ਪਹਿਲਾਂ ਨਾਲੋਂ। ਤਾਂ ਕਰੰਟ ਇੰਡਿਊਸ ਹੋ ਜਾਊਗਾ, ਗੈਲਵੈਨੋਮੀਟਰ ਤੋਂ ਸੂਈ ਡਿਫਲੈਕਟ ਕਰ ਦੂਗਾ। ਜਦੋਂ ਇਹ ਮੈਂ ਇਸ ਚੁੰਗ ਨੂੰ ਪਿੱਛੇ ਵੱਲ ਲੈ ਕੇ ਜਾਊਂਗਾ ਤਾਂ ਨੈਚੁਰਲੀ ਫਲਕਸ ਘਟ ਕੇ 50 ਤੋਂ ਫਿਰ ਸਪੋਜ਼ ਕਰੋ 0 ਰਹਿ ਗਈਆਂ। ਚੇਂਜ ਤਾਂ ਹੋ ਗਈ ਨਾ, ਹੁਣ ਤੁਹਾਡਾ ਇਨੀਸ਼ੀਅਲ 50 ਸੀਗੀਆਂ, ਫਾਈਨਲ ਤੁਹਾਡੇ 0, ਤੁਹਾਡਾ ਚੇਂਜ ਇਨ ਫਲਕਸ ਕਿੰਨਾ ਜੂ -50। ਤਾਂ ਗੈਲਵੈਨੋਮੀਟਰ ਸੂਈ ਫਿਰ ਵੀ ਡਿਫਲੈਕਟ ਹੋ, ਬਟ ਆਪੋਜ਼ਿਟ ਡਾਇਰੈਕਸ਼ਨ 'ਚ ਹੋਊਗੀ। ਕਹਿਣ ਦਾ ਮਤਲਬ ਇਹ ਹੈ ਜਿੰਨਾ ਟਾਈਮ ਮੈਂ ਕੋਇਲ ਨੂੰ ਇਸ ਮੈਗਨੇਟ ਨੂੰ ਕੋਇਲ ਦੇ ਅੱਗੇ ਪਿੱਛੇ ਕਰਦਾ ਰਹੂੰਗਾ, ਨੇੜੇ ਪਿੱਛੇ ਦੂਰ ਨੇੜੇ ਦੂਰ ਨੇੜੇ ਦੂਰ ਨਾ, ਤਾਂ ਫਲਕਸ ਆਫ ਦਿਸ ਕੋਇਲ ਸੀ ਵਿਲ ਬੀ ਚੇਂਜਿੰਗ, ਸਮ ਟਾਈਮ ਇਟ ਵਿਲ ਬੀ ਇਨਕਰੀਜ਼, ਸਮ ਟਾਈਮ ਇਟ ਵਿਲ ਬੀ ਡਿਕਰੀਜ਼। ਜਦੋਂ ਇਹ ਚੁੰਬਕ ਨੇੜੇ ਆਏਗੀ ਤਾਂ ਫਲਕਸ ਇਨਕਰੀਜ਼ ਹੋ ਜਾਣਗੀਆਂ, ਚੁੰਬਕ ਦੂਰ ਜਾਏਗੀ ਤਾਂ ਫਲਕਸ ਡਿਕਰੀਜ਼ ਹੋ ਜਾਣਗੀਆਂ। ਉਹਨਾਂ ਟਾਈਮ ਵਿੱਚ ਕਰੰਟ ਜਨਰੇਟ ਹੁੰਦਾ ਰਹੂਗਾ, ਠੀਕ ਹੈ। ਨੇੜੇ ਕਰਾਂਗੇ ਤਾਂ ਕਰੰਟ ਕਲੌਕਵਾਈਜ਼ ਡਾਇਰੈਕਸ਼ਨ ਵਿੱਚ ਇਨਕਰੀਜ਼ ਹੋਊਗਾ, ਸਪੋਜ਼ ਕਰੋ ਨਾ, ਮਤਲਬ ਇਨਕਰੀਜ਼ ਹੋ ਰਿਹਾ। ਜੇ ਮੈਂ ਦੂਰ ਲੈ ਜਾਊਂਗਾ ਤਾਂ ਕਰੰਟ ਆਪੋਜ਼ਿਟ ਡਾਇਰੈਕਸ਼ਨ 'ਚ ਇਨਕਰੀਜ਼ ਹੋਊਗਾ। ਬਟ ਜਦੋਂ ਵੀ ਮੈਂ ਚੁੰਬਕ ਨੂੰ ਲੈ ਕੇ ਨੇੜੇ ਖੜਾਤਾ, ਸਟੇਸ਼ਨਰੀ ਕਰਤੀ, ਮਤਲਬ ਚੁੰਬਕ ਖੜਾਤੀ ਇੱਥੇ ਐਵੇਂ, ਨਾ ਮੈਂ ਫਾਰਵਰਡ ਬੈਕਵਰਡ ਨੂੰ ਅੱਗੇ ਪਿੱਛੇ ਨਹੀਂ ਲੈ ਕੇ ਜਾ ਰਿਹਾ, ਇਹਦੀ ਫਲਕਸ ਇਹਦੇ ਕੀ ਹੋ ਜਾਣਗੀਆਂ, ਕੌਨਸਟੈਂਟ ਹੋ ਜਾਣਗੀਆਂ, ਚੇਂਜ ਨਹੀਂ ਹੋਣਗੀਆਂ। ਜੋ ਫਲਕਸ ਚੇਂਜ ਨਹੀਂ ਹੋਣਗੀਆਂ ਤੁਹਾਡਾ ਕਰੰਟ ਵੀ ਕੀ ਹੋ ਜਾਊਗਾ ਸਰਕਟ ਦੇ ਵਿੱਚ, 0 ਹੋ ਜਾਏਗਾ। ਤਾਂ ਹੀ ਲਿਖਿਆ ਵੈਨਐਵਰ ਦਾ ਮੈਗਨੈਟਿਕ ਫਲਕਸ ਲਿੰਕਡ ਵਿਦ ਦ ਕੋਇਲ ਚੇਂਜ, ਜਿੰਨਾ ਟਾਈਮ ਕੋਇਲ 'ਚ ਫਲਕਸ ਚੇਂਜ ਹੁੰਦੀਆਂ ਰਹਿਣਗੀਆਂ, ਚਾਹੇ ਵਧਣ ਚਾਹੇ ਘਟਣ, ਕਰੰਟ ਸਰਕਟ 'ਚ ਇੰਡਿਊਸ ਹੋਊਗਾ। ਐਜ਼ ਸੂਨ ਐਜ਼ ਫਲਕਸ ਸਟਾਪ ਚੇਂਜਿੰਗ, ਜਦੋਂ ਵੀ ਫਲਕਸ ਚੇਂਜ ਹੋਣੇ ਸਟਾਪ ਹੋ ਗਈਆਂ, ਕਰੰਟ ਵਿਲ ਬਿਕਮ 0, ਕਰੰਟ ਤੁਹਾਡੇ ਕੋਲ ਕੀ ਹੋ ਜਾਏਗਾ ਸਰਕਟ 'ਚ, 0 ਹੋ ਜਾਏਗਾ। ਪਹਿਲਾ ਰੂਲ ਤਾਂ ਬੇਟਾ ਇਹ ਕਹਿੰਦਾ ਹੈ। ਦੂਜਾ ਰੂਲ ਕੀ ਹੈ, ਦੇਖੋ ਮੈਂ ਇੱਥੇ ਹੁਣੀ ਕਿਹਾ ਜਦੋਂ ਕੋਇਲ ਦੀਆਂ ਫਲਕਸ ਚੇਂਜ ਹੋ ਗਈਆਂ ਤਾਂ ਕਰੰਟ ਇੰਡਿਊਸ ਹੋ ਜਾਊਗਾ ਨਾ। ਮੰਨ ਲਓ ਇਸ ਕੇਸ 'ਚ ਮੈਂ ਕੀ ਲਿਖਿਆ ਹੈ, ਇਨੀਸ਼ੀਅਲੀ ਫਲਕਸ 0 ਨੇ, ਫਾਈਨਲ ਫਲਕਸ 20 ਨੇ, ਸੌਰੀ 50 ਨੇ ਨਾ, ਤਾਂ ਇਹਦੇ ਵਿੱਚ ਕਰੰਟ ਇੰਡਿਊਸ ਹੋ ਜੂ ਜਾਂ EMF ਇੰਡਿਊਸ ਹੋ ਜੂ। EM ਨੂੰ ਇੱਥੇ ਆਪਾਂ E ਨਾਲ ਲਿਖਿਆ ਕਰਾਂਗੇ। ਮੰਨ ਲਓ ਇਹ ਫਲਕਸ ਇਹਦੇ ਵੱਧ ਕੇ 70 ਹੋ ਜਾਂਦੀ ਹੈ, ਫਿਰ ਉਹਨਾਂ ਜਿੰਨਾ ਫਲਕਸ ਜ਼ਿਆਦਾ ਚੇਂਜ ਹੋਣਗੀਆਂ ਤਾਂ ਕਰੰਟ ਵੀ ਨਾ ਕੀ ਹੈ ਜ਼ਿਆਦਾ ਇੰਡਿਊਸ ਹੋਊਗਾ। ਤਾਂ ਸੈਕੰਡ ਰੂਲ ਕੀ ਹੈ, E ਵਿਲ ਬੀ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਚੇਂਜ ਇਨ ਫਲਕਸ, ਮਤਲਬ ਰੇਟ ਆਫ ਚੇਂਜ ਆਫ ਫਲਕਸ will be directly proportional to induced EMF। ਜਿਹੜਾ ਫਲਕਸ ਦਾ ਰੇਟ ਹੈ ਉਹ ਕਾਹਦੇ ਪ੍ਰਪੋਰਸ਼ਨਲ ਹੋਊਗਾ ਤੁਹਾਡੇ ਕੋਲ, ਇੰਡਿਊਸ EMF ਦੇ, ਮਤਲਬ E ਹੈ ਇੰਡਿਊਸ EMF will be directly proportional to change in flux। change in flux ਨੂੰ ਐਵੇਂ ਵੀ ਲਿਖ ਸਕਦੇ ਨਾ, this rule is called Faraday second law। ਜਦੋਂ ਇਹ ਹਟਾ ਕੇ ਆਪਾਂ ਕੌਂਸਟੈਂਟ ਲਾਵਾਂਗੇ ਕੇ, ਤੇ ਇਹਦੇ ਅੱਗੇ ਲਾਵਾਂਗੇ ਮਾਈਨਸ ਕੇ। ਇੱਥੇ ਕੀ ਹੈ, ਕੌਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ ਹੈ। ਜਿਹੜਾ ਮਾਈਨਸ ਸਾਈਨ ਹੈ, ਮਾਈਨਸ ਸਾਈਨ ਦਾ ਬੇਟਾ ਇਹਦੇ ਕੀ ਮਤਲਬ ਹੈ, ਮਾਈਨਸ ਸਾਈਨ ਤੁਹਾਨੂੰ ਆਲਰੇਡੀ ਪਤਾ ਹੈ ਕਿ ਡਾਇਰੈਕਸ਼ਨ ਦੀ ਗੱਲ ਕਰਦਾ ਹੁੰਦਾ, ਬਟ ਇੱਥੇ ਕੀ ਮਤਲਬ ਹੈ। ਇਹ ਸਭ ਤੋਂ ਪਹਿਲਾਂ ਜਿਹੜਾ ਰਿਲੇਸ਼ਨ ਨੇ ਇਹਨੂੰ ਐਕਸਪਲੇਨ ਕੀਤਾ, ਜਿਹੜੇ ਰੂਲ ਨੇ ਐਕਸਪਲੇਨ ਕੀਤਾ, ਉਹਨੂੰ ਆਪਾਂ ਲੈਂਜਸ ਰੂਲ ਕਹਿੰਦੇ ਆ। ਮਾਈਨਸ ਸਾਈਨ ਨੂੰ ਕਿਹਨੇ ਐਕਸਪਲੇਨ ਕੀਤਾ, ਲੈਂਜਸ ਰੂਲ ਨੇ। ਲੈਂਜਸ ਰੂਲ ਕੀ ਕਹਿੰਦਾ, ਉਹ ਕਹਿੰਦਾ ਵੀ ਜਿਹੜਾ ਇਸ ਇੰਡਿਊਸਡ ਕਰੰਟ ਦੀ ਜਾਂ ਇੰਡਿਊਸਡ EMF ਦੀ ਡਾਇਰੈਕਸ਼ਨ ਹੋਊਗੀ ਉਹ ਫਲਕਸ ਦੇ ਆਪੋਜ਼ਿਟ ਹੋਊਗੀ, ਹੈ ਨਾ। ਜਾਂ ਕਹਿ ਲਓ ਮੈਂ ਲਿਖਣ ਲੱਗਿਆ ਇਹਦਾ ਡੈਫੀਨੇਸ਼ਨ ਕੀ ਕਹਿੰਦਾ, ਲੈਂਜਸ ਰੂਲ ਕੀ ਕਹਿੰਦਾ ਹੈ,
according to this rule the direction of induced EMF is such that it will oppose the cause which produce it। मतलब ਕੀ ਹੈ, ਕਹਿੰਦੇ ਜਿਹੜਾ ਇੰਡਿਊਸ EMF ਜਨਰੇਟ ਹੋਊਗਾ ਉਹਦੀ ਡਾਇਰੈਕਸ਼ਨ ਉਧਰ ਹੋਊਗੀ ਜਾਂ ਉਹਦੀ ਆਪੋਜ਼ਿਟ ਹੋਊਗੀ ਸੱਚ ਦੈਟ ਇਟ ਵਿਲ ਅਪੋਜ਼, ਜਿਹਨੂੰ ਅਪੋਜ਼ ਕਰੂਗਾ ਦਾ ਕਾਜ਼ ਵਿਚ ਪ੍ਰੋਡਿਊਸ ਇਟ, ਜਿਹੜਾ ਉਹਨੂੰ ਪ੍ਰੋਡਿਊਸ ਕਰ ਰਿਹਾ ਉਹਦੇ ਆਪੋਜ਼ਿਟ ਹੋ। ਫੋਰ ਐਗਜ਼ਾਮਪਲ ਕਿਵੇਂ, ਮੰਨ ਲਓ ਕੋਇਲ ਐਸੀ ਗੈਲਵੇਨੋਮੀਟਰ ਲਗਾਤਾ, ਇਹਦੇ ਨੇੜੇ ਦੇਖੋ ਆਪਾਂ ਮੈਗਨੇਟ ਲੈ ਕੇ ਆਏ, ਮੈਗਨੇਟ ਦੇ ਨੇੜੇ ਲੈ ਕੇ ਇਹਦੀ ਫਲਕਸ ਇਨਕਰੀਜ਼ ਹੋ ਗਈਆਂ, ਇਹ ਈ ਜਨਰੇਟ ਹੋ ਜੂਗਾ ਨਾ। ਤਾਂ ਕਹਿੰਦਾ ਜਿਹੜਾ ਈ ਹੈ ਉਹਦੀ ਡਾਇਰੈਕਸ਼ਨ ਇਸ ਹਿਸਾਬ ਦੀ ਹੋਊਗੀ ਕਿ ਉਹ ਫਲਕਸ, ਇਹ ਦੇਖੋ ਚੁੰਬਕ ਨੇੜੇ ਲੈ ਕੇ ਆਉਣਾ ਫਲਕਸ ਵਧਾ ਰਿਹਾ ਤਾਂ ਕਿ ਇਹ ਫਲਕਸ ਨੂੰ ਘਟਾਵੇ। ਹਾਂ ਜੇ ਚੁੰਬਕ ਦੂਰ ਜਾ ਰਿਹਾ ਤਾਂ ਫਲਕਸ ਘਟ ਰਹੀਆਂ, ਤਾਂ ਇੰਡਿਊਸ EMF ਦੇਖੋ ਪਹਿਲੇ ਕੇਸ ਮੈਂ ਤੁਹਾਨੂੰ ਇਹ ਬੋਲਿਆ ਸੀ ਨਾ ਕਰੰਟ ਇੱਧਰ ਜਾ ਰਿਹਾ, ਇਹਦਾ ਮਤਲਬ ਕਰੰਟ ਦਾ ਇੱਧਰ ਜਾਣ ਦਾ ਕੀ ਮਤਲਬ ਹੈ ਵੀ ਫਲਕਸ ਨੂੰ ਘਟਾ ਰਿਹਾ। ਜਦੋਂ ਚੁੰਬਕ ਦੂਰ ਵਗ ਗਈ ਤਾਂ ਫਲਕਸ ਘਟ ਗਈਆਂ, ਤਾਂ ਇੰਡਿਊਸ EMF ਐਵੇਂ ਹੋ ਕੇ ਇਹਨੂੰ ਵਧਾਵੇ। ਇਹਦੀ ਡਾਇਰੈਕਸ਼ਨ ਕੀ ਹੋਊਗੀ, ਚੇਂਜਿੰਗ ਫਲਕਸ ਦੀ ਆਪੋਜ਼ਿਟ ਹੋਊਗੀ। ਜਿੱਧਰ ਫਲਕਸ ਵਧਣ ਗਿਆ ਤਾਂ ਇਹ ਉਹਨੂੰ ਘਟਾਉਣ ਦੀ ਕੋਸ਼ਿਸ਼ ਕਰੂਗਾ, ਜਿੱਧਰ ਇਹ ਘਟਣ ਗਿਆ ਤਾਂ ਉਹਨੂੰ ਇਹ ਵਧਾਉਣ ਦੀ ਕੋਸ਼ਿਸ਼ ਕਰੂਗਾ। ਦੈਟ ਮੀਨ ਤਾਂ ਹੀ ਲਿਖਿਆ E ਇਜ਼ ਇਕੁਅਲ ਟੂ ਮਾਈਨਸ d∅/dt। ਕੇ ਦੀ ਵੈਲਿਊ ਜੇ ਮੈਂ 1 ਸਪੋਜ਼ ਕਰ ਲਾਂ। ਅੱਛਾ ਜੇ ਤੁਹਾਡੇ ਕੋਲ ਇਹ ਕੋਇਲ ਦੀ ਗੱਲ ਕਰ ਲਈਏ ਤੇ ਉਹ ਕੋਇਲ ਦੇ ਵਿੱਚ ਨੰਬਰ ਆਫ ਟਰਨ n ਹੋਣ ਤਾਂ ਇੱਥੇ ਪੈਨ ਵੀ ਲਗਾ ਸਕਦੇ ਹਾਂ। ਇੱਥੇ n ਕੀ ਰਿਪਰੈਜ਼ੈਂਟ ਕਰ ਰਿਹਾ, ਨੰਬਰ ਆਫ ਟਰਨ ਇਨ ਏ ਕੋਇਲ। ਜੇ ਕੋਇਲ ਦੀ ਗੱਲ ਕਰਾਂਗੇ ਕੁਝ ਕਰੰਟ ਕਿਸੇ ਕੋਇਲ 'ਚ ਜਾ ਰਿਹਾ ਤਾਂ ਉੱਥੇ ਆਪਾਂ ਨੂੰ ਕੀ ਲਾਉਣਾ ਪਊ, ਨਾਲ ਮੈਗਨੈਟਿਕ ਫੀਲਡ ਦੇ ਨਾਲ ਉਹਦਾ ਨੰਬਰ ਆਫ ਟਰਨ ਵੀ ਲਿਖਾਉਣੇ ਪੈਣਗੇ। ਠੀਕ ਹੈ ਜੀ। ਹੁਣ ਗੱਲ ਕੁਐਸਚਨ ਆ ਗਿਆ ਬੇਟਾ ਆਈ, ਚਲੋ ਆਪਾਂ ਨੂੰ ਫਾਈਂਡ ਕਰ ਲਾਂਗੇ ਤੇ ਆਪਾਂ ਨੂੰ ਡਾਇਰੈਕਸ਼ਨ ਆਫ ਆਈ ਵੀ ਪਤਾ ਹੋਣੀ ਚਾਹੀਦੀ ਵੀ ਕਰੰਟ ਜਨਰੇਟ ਹੈ ਕਿਹੜੇ ਪਾਸੇ ਹੋਊਗਾ। ਮੈਂ ਤੁਹਾਨੂੰ ਆਲਰੇਡੀ ਕਹਿ ਚੁੱਕਾ ਜਿਹੜਾ ਕਰੰਟ ਜਨਰੇਟ ਹੋਊਗਾ ਉਸ ਕਰੰਟ ਨੂੰ ਆਪਾਂ ਇੰਡਿਊਸ ਕਰੰਟ ਕਿਹਾ ਕਰਾਂਗੇ। ਤੇ ਇਹਦੀ ਡਾਇਰੈਕਸ਼ਨ ਫਾਈਂਡ ਕਰਨ ਲਈ ਰੂਲ ਕਿਹੜਾ ਹੈ, ਦੈਟ ਰੂਲ ਇਜ਼ ਕਾਲਡ ਫਲੈਮਿੰਗ ਰਾਈਟ ਹੈਂਡ ਰੂਲ। ਉਹ ਕਿਹੜਾ ਰੂਲ ਹੈ, ਫਲੈਮਿੰਗ ਰਾਈਟ ਹੈਂਡ ਰੂਲ। ਫਲੈਮਿੰਗ ਰਾਈਟ ਹੈਂਡ ਰੂਲ ਕੀ ਕਹਿੰਦਾ ਹੈ ਵੀ ਤੁਸੀਂ ਆਪਣੇ ਰਾਈਟ ਹੈਂਡ ਦੇ ਤਿੰਨੇ ਉਂਗਲਾਂ ਥੰਬ, ਫਸਟ ਫਿੰਗਰ ਤੇ ਸੈਂਟਰਲ ਫਿੰਗਰ ਤੁਸੀਂ ਆਪਣੇ ਹਿਸਾਬ ਨਾਲ ਸਟੈਚ ਕਰੋ ਕਿ ਦੇ ਆਰ ਮਿਊਚੁਅਲੀ ਪਰਪੈਂਡੀਕੁਲਰ ਟੂ ਈਚ ਅਦਰ ਲਾਈਕ ਦੈਟ। ਠੀਕ ਹੈ, ਲਾਈਕ ਦੈਟ। ਹੁਣ ਮੈਂ ਦਿਖਾ ਦਿੰਦਾ ਬੁੱਕ ਦੇ ਵਿੱਚ ਇਸ ਤਰ੍ਹਾਂ। ਠੀਕ ਹੈ, ਥੰਬ ਤੁਹਾਡਾ ਇੱਕ ਡਾਇਰੈਕਸ਼ਨ ਤੁਹਾਡਾ ਥੰਬ ਹੋਵੇ, ਇੱਕ ਡਾਇਰੈਕਸ਼ਨ ਤੁਹਾਡਾ ਮੈਗਨੈਟਿਕ ਫੀਲਡ ਹੋਵੇ, ਇੱਕ ਡਾਇਰੈਕਸ਼ਨ ਤੁਹਾਡਾ ਜਾਂ ਫਸਟ ਫਿੰਗਰ ਹੋਵੇ, ਇੱਕ ਡਾਇਰੈਕਸ਼ਨ ਤੁਹਾਡੀ ਸੈਂਟਰਲ ਫਿੰਗਰ ਹੋਵੇ। ਸੱਚ ਦੈਟ ਜਿਹੜਾ ਥੰਬ ਹੈ ਇਹ ਤਾਂ ਤੁਹਾਡਾ ਮੋਸ਼ਨ ਆਫ ਕੰਡਕਟਰ ਡਿਨੋਟ ਕਰ ਰਿਹਾ ਹੋਵੇ, ਤੇ ਜਿਹੜਾ ਤੁਹਾਡਾ ਫਸਟ ਫਿੰਗਰ ਹੈ ਇਹ ਤੁਹਾਡਾ ਮੈਗਨੈਟਿਕ ਫੀਲਡ ਡਿਨੋਟ ਕਰ ਰਿਹਾ ਹੋਵੇ। ਜਾਨੀ ਜਿੱਦਾਂ ਤੁਹਾਡੀ ਸੈਂਟਰਲ ਫਿੰਗਰ ਹੋਏਗੀ ਇਹ ਤੁਹਾਡੀ ਕਾਹਦੀ ਡਾਇਰੈਕਸ਼ਨ ਦੱਸੋ ਤੁਹਾਨੂੰ, ਇੰਡਿਊਸਡ ਕਰੰਟ ਦੀ। ਠੀਕ ਹੈ, ਇੱਥੋਂ ਆਪਾਂ ਫਾਈਂਡ ਕਰ ਸਕਦੇ ਹਾਂ ਫਲੈਮਿੰਗ ਰਾਈਟ हैंड रूल के अकॉर्डिंग आप फाइंड कर सकते हैं डायरेक्शन ऑफ द इंड्यूस्ड करंट। डिफाइन क्यों बना के लिखांगे आप, अकॉर्डिंग टू दिस रूल if we stretch thumb, first finger and central finger of your right hand in such a way that these three are mutually perpendicular to each other and thumb points towards direction of magnetic motion and first finger towards magnetic field। फस्ट फिंगर ਤੁਹਾਡਾ ਕਿੱਧਰ ਹੋਣਾ ਚਾਹੀਦਾ, ਜਿੱਧਰ ਤੁਹਾਡਾ ਮੈਗਨੈਟਿਕ ਫੀਲਡ ਜਾ ਰਿਹਾ। then central finger will give you direction of the induced current। ਤੇ ਇੱਥੋਂ ਆਪਾਂ ਬੇਟਾ induced current ਦੀ ਕੀ ਫਾਈਂਡ ਕਰ ਸਕਦੇ ਹਾਂ, ਡਾਇਰੈਕਸ਼ਨ ਫਾਈਂਡ ਕਰ ਸਕਦੇ ਹਾਂ।
ठीक है जी।